ਗੁੱਡ ਮੋਰਨਿੰਗ ਸਟੂਡੈਂਟਸ। ਅਸੀਂ ਭਾਰਤ ਦੇ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰਾਂ ਵਾਲਾ ਚੈਪਟਰ ਕਰ ਰਹੇ ਹਾਂ, ਜਿਸ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਇਹ ਅਧਿਕਾਰ ਨੇ ਜੋ ਅਸੀਮਿਤ ਨੇ ਜਾਂ ਸੀਮਿਤ ਨੇ। ਭਾਰਤੀ ਨਾਗਰਿਕਾਂ ਨੂੰ ਦਿੱਤੇ ਗਏ ਮੌਲਿਕ ਅਧਿਕਾਰ ਅਸੀਮਿਤ ਨਹੀਂ ਹਨ, ਕਿਉਂਕਿ ਇਹਨਾਂ ਦੇ ਉੱਪਰ ਕਿਸੇ ਪ੍ਰਕਾਰ ਦੀ ਕਾਨੂੰਨੀ ਬੰਦਿਸ਼ ਨਾ ਹੋਵੇ, ਉਸਨੂੰ ਕੀ ਹੈ, ਅਸੀਮਿਤ ਅਧਿਕਾਰ ਕਿਹਾ ਜਾਂਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 14 ਤੋਂ 32 ਦੇ ਦੁਆਰਾ ਦਿੱਤੇ ਗਏ ਨੇ ਜੋ ਮੌਲਿਕ ਅਧਿਕਾਰ ਆ, ਉਹਨਾਂ ਦੇ ਉੱਪਰ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਨੇ, ਰੋਕਾਂ ਨੇ, ਜਿਨ੍ਹਾਂ ਦੇ ਆਧਾਰ 'ਤੇ ਇਹਨਾਂ ਅਧਿਕਾਰਾਂ ਨੂੰ ਅਸੀਮਿਤ ਨਹੀਂ ਬਲਕਿ ਅਸੀਂ ਸੀਮਿਤ ਕਹਿ ਸਕਦੇ ਹਾਂ। ਸੰਵਿਧਾਨ ਆਪ ਅਨੇਕਾਂ ਬੰਦਿਸ਼ਾਂ ਦੀ ਵਿਵਸਥਾ ਕਰਦਾ ਹੈ। ਭਾਰਤੀ ਸੰਵਿਧਾਨ ਦੇ ਵਿੱਚ ਅਧਿਕਾਰਾਂ ਦੇ ਉੱਪਰ ਉਚਿਤ ਬੰਦਿਸ਼ਾਂ ਲਾਉਣ ਦਾ ਅਧਿਕਾਰ ਹੈ ਜੋ ਸੰਸਦ ਨੂੰ ਸੌਂਪਿਆ ਗਿਆ ਹੈ। ਅਨੁਛੇਦ 19 ਦੇ ਵਿੱਚ ਦਿੱਤੀਆਂ ਸੁਤੰਤਰਤਾਵਾਂ ਨੂੰ ਰਾਜ ਦੇ ਦੁਆਰਾ ਦੇਸ਼ ਦੀ ਅਖੰਡਤਾ, ਪ੍ਰਭੂਸੱਤਾ ਅਤੇ ਸਧਾਰਨ ਜਨਤਾ ਦੇ ਹਿੱਤਾਂ ਦੀ ਰੱਖਿਆ ਦੇ ਲਈ ਸੀਮਿਤ ਕੀਤਾ ਗਿਆ ਹੈ। ਭਾਵ ਕਿ ਭਾਸ਼ਣ ਦੇਣਾ ਅਤੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ ਨੂੰ ਲੈ ਕੇ ਕਿਸੇ ਵੀ ਵਿਅਕਤੀ ਦੀ ਨਿਰਾਦਰੀ ਨਹੀਂ ਕੀਤੀ ਜਾ ਸਕਦੀ, ਕਿਸੇ ਦਾ ਅਪਮਾਨ ਨਹੀਂ ਕੀਤਾ ਜਾ ਸਕਦਾ ਅਤੇ ਕਿਸੇ ਉੱਪਰ ਝੂਠੇ ਇਲਜ਼ਾਮ ਨੇ ਜੋ ਨਹੀਂ ਲਗਾਏ ਜਾ ਸਕਦੇ। ਰਾਸ਼ਟਰੀ ਹਿੱਤਾਂ ਦੀ ਸੁਰੱਖਿਆ ਦੇ ਲਈ ਭਾਰਤ ਦੇ ਵਿੱਚ ਨਾਗਰਿਕਾਂ ਦੀ ਤੁਰਨ ਫਿਰਨ ਦੀ ਸੁਤੰਤਰਤਾ ਨੂੰ ਸੀਮਿਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਲੋਕਾਂ ਨੂੰ ਧਾਰਮਿਕ ਸੁਤੰਤਰਤਾ ਪ੍ਰਾਪਤ ਹੈ, ਪਰ ਉਹ ਕਿਸੇ ਵੀ ਧਰਮ ਦਾ ਪ੍ਰਚਾਰ ਕਰਨ ਦੀ ਖੁੱਲ੍ਹ ਹੈ ਜੋ ਸ਼ਾਂਤੀ ਦੀ ਵਿਵਸਥਾ ਨੂੰ ਭੰਗ ਨਹੀਂ ਕਰਦਾ। ਭਾਵ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਕਰ ਸਕਦਾ ਹੈ, ਪਰ ਉਸ ਨੂੰ ਖਿਆਲ ਰੱਖਣਾ ਪਵੇਗਾ ਕਿ ਇਸ ਦੇ ਨਾਲ ਦੇਸ਼ ਦੀ ਜੋ ਸ਼ਾਂਤੀ ਬਣੀ ਹੋਈ ਹੈ ਉਹ ਭੰਗ ਨਾ ਹੋਵੇ। ਨੈਕਸਟ ਹੈ, ਸੰਕਟਕਾਲੀਨ ਸਥਿਤੀਆਂ ਦੇ ਵਿੱਚ ਅਧਿਕਾਰਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ। ਕਿ ਅਨੁਛੇਦ 352 ਦੇ ਵਿੱਚ ਪ੍ਰੈਜ਼ੀਡੈਂਟ ਨੂੰ ਦੇਸ਼ ਦੇ ਵਿੱਚ ਐਮਰਜੈਂਸੀ ਲਾਗੂ ਕਰਨ ਦਾ ਜੋ ਅਧਿਕਾਰ ਦਿੱਤਾ ਗਿਆ ਹੈ, ਇਸ ਦੇ ਦੁਆਰਾ ਕੀ ਹੁੰਦਾ, ਜੋ ਸੁਤੰਤਰਤਾਵਾਂ ਨੇ ਉਹਨਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ, ਭਾਵ ਕਿ ਉਹਨਾਂ ਨੂੰ ਭੰਗ ਕੀਤਾ ਜਾ ਸਕਦਾ। ਇਸ ਤੋਂ ਬਿਨਾਂ ਦੂਜੇ ਮੌਲਿਕ ਅਧਿਕਾਰਾਂ ਨੂੰ ਵੀ ਪ੍ਰੈਜ਼ੀਡੈਂਟ ਹੈ ਜੋ ਉਹ ਭੰਗ ਕਰ ਸਕਦਾ ਹੈ। ਨੈਕਸਟ ਹੈ, ਸੰਵਿਧਾਨਕ ਸੋਧਾਂ ਦੁਆਰਾ ਅਧਿਕਾਰ ਸੀਮਿਤ ਕੀਤੇ ਜਾ ਸਕਦੇ ਨੇ। ਸੰਸਦ ਨੂੰ ਕੀ ਹੈ, ਸਾਰੇ ਸੰਵਿਧਾਨਾਂ ਦੇ ਵਿੱਚ ਸੋਧ ਕਰਨ ਦਾ ਅਧਿਕਾਰ ਹੈ ਜੋ ਉਹ ਪ੍ਰਾਪਤ ਹੈ। ਸੰਵਿਧਾਨਕ ਸੋਧਾਂ ਦੇ ਦੁਆਰਾ ਸੰਸਦ ਮੌਲਿਕ ਅਧਿਕਾਰਾਂ ਦੇ ਵਿੱਚ ਤਬਦੀਲੀ ਕਰ ਸਕਦੀ ਹੈ ਜੇਕਰ ਲੋੜ ਹੋਵੇ। ਇਸ ਦੇ ਵਿੱਚੋਂ ਕੀ ਹੈ, ਕੁਝ ਅਧਿਕਾਰ ਨੇ ਜੋ ਸੰਸਦ ਉਹਨਾਂ ਨੂੰ ਬਾਹਰ ਕੱਢ ਵੀ ਸਕਦੀ ਹੈ ਅਤੇ ਇਸ ਦੇ ਵਿੱਚ ਨਵੇਂ ਅਧਿਕਾਰ ਨੇ ਜੋ ਸ਼ਾਮਲ ਕੀਤੇ ਜਾ ਸਕਦੇ ਨੇ। ਇਸ ਤਰ੍ਹਾਂ ਸੰਸਦ ਮੌਲਿਕ ਅਧਿਕਾਰਾਂ ਦੀ ਸਮੁੱਚੀ ਵਿਵਸਥਾ ਨੂੰ ਸੰਵਿਧਾਨਕ ਸੋਧ ਦੇ ਦੁਆਰਾ ਖਤਮ ਨਹੀਂ ਕਰ ਸਕਦੀ, ਪਰ ਉਹਨਾਂ ਦੇ ਵਿੱਚ ਸੰਵਿਧਾਨਕ ਸੋਧ ਦੇ ਦੁਆਰਾ ਸੋਧ ਕੀਤੀ ਜਾ ਸਕਦੀ ਹੈ। ਮੌਲਿਕ ਅਧਿਕਾਰਾਂ ਦੀਆਂ ਵਿਸ਼ੇਸ਼ਤਾਵਾਂ। ਅਤੀ ਵਿਸਤ੍ਰਿਤ ਤੋਂ ਭਾਵ ਕੀ ਹੈ, ਭਾਰਤੀ ਸੰਵਿਧਾਨ ਹੈ ਕਾਫੀ ਜ਼ਿਆਦਾ ਲੰਬਾ ਚੌੜਾ ਹੈ, ਕਿਉਂਕਿ ਇਸ ਦੇ ਵਿੱਚ ਅਨੁਛੇਦਾਂ ਦੀ ਵਿਆਖਿਆ ਕੀਤੀ ਗਈ ਹੈ। ਮੌਲਿਕ ਅਧਿਕਾਰ ਨੇ ਜੋ ਸ਼ਾਮਲ ਕੀਤੇ ਗਏ ਨੇ ਅਲੱਗ-ਅਲੱਗ ਅਨੁਛੇਦ ਦੇ ਅੰਡਰ, ਅਲੱਗ-ਅਲੱਗ ਇਸ ਦੇ ਵਿੱਚ ਜਿਵੇਂ ਭਾਰਤੀ ਸੰਵਿਧਾਨ ਦੇ ਵਿੱਚ 11 ਕਰਤੱਵਾਂ ਦੀ, ਮੌਲਿਕ ਕਰਤੱਵਾਂ ਦੀ ਵਿਆਖਿਆ ਕੀਤੀ ਗਈ ਹੈ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੀ ਵਿਆਖਿਆ ਵੀ ਕੀਤੀ ਗਈ ਹੈ, ਜਿਸ ਦੇ ਨਾਲ ਇਸ ਦਾ ਜੋ ਭਾਰਤੀ ਸੰਵਿਧਾਨ ਹੈ ਕਾਫੀ ਜ਼ਿਆਦਾ ਵਿਸਤ੍ਰਿਤ ਹੈ। ਨੈਕਸਟ ਹੈ, ਅਧਿਕਾਰਾਂ ਦਾ ਵਰਗੀਕਰਨ। ਸੰਵਿਧਾਨ ਦੇ ਤੀਜੇ ਭਾਗ ਦੇ ਵਿੱਚ ਮੌਲਿਕ ਅਧਿਕਾਰਾਂ ਦਾ ਨਿਯਮਤ ਰੂਪ ਦੇ ਵਿੱਚ ਵਰਗੀਕਰਨ ਕੀਤਾ ਗਿਆ ਹੈ, ਭਾਵ ਕਿ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਹੜੇ ਮੌਲਿਕ ਅਧਿਕਾਰ ਨੇ, ਜਿਵੇਂ ਅਲੱਗ-ਅਲੱਗ ਮੌਲਿਕ ਅਧਿਕਾਰਾਂ ਦੇ ਵਿੱਚ, ਸਮਾਨਤਾ ਦੇ ਅਧਿਕਾਰਾਂ ਦੇ ਵਿੱਚ, ਸੁਤੰਤਰਤਾ ਦੇ ਅਧਿਕਾਰਾਂ ਦੇ ਵਿੱਚ, ਧਰਮ ਸੰਬੰਧੀ ਸੁਤੰਤਰਤਾ ਦੇ ਅਧਿਕਾਰਾਂ ਦੇ ਵਿੱਚ, ਇਸ ਵਿੱਚ ਅਲੱਗ-ਅਲੱਗ ਨੇ ਜੋ ਅਧਿਕਾਰਾਂ ਨੂੰ ਸ਼ਾਮਲ ਕੀਤਾ ਗਿਆ, ਉਹਨਾਂ ਦਾ ਵਰਗੀਕਰਨ ਕੀਤਾ ਗਿਆ ਹੈ। ਨੈਕਸਟ ਹੈ, ਮੌਲਿਕ ਅਧਿਕਾਰ ਅਸੀਮਿਤ ਨਹੀਂ। ਭਾਰਤੀ ਸੰਵਿਧਾਨ ਦੇ ਵਿੱਚ ਜੋ ਮੌਲਿਕ ਅਧਿਕਾਰ ਨੇ ਉਹ ਅਸੀਮਿਤ ਨਹੀਂ, ਬਲਕਿ ਜਨਤਕ ਵਿਵਸਥਾ ਅਤੇ ਰਾਜ ਦੀ ਸੁਰੱਖਿਆ ਦੇ ਆਧਾਰ 'ਤੇ ਉਹਨਾਂ ਅਧਿਕਾਰਾਂ ਦੇ ਉੱਤੇ ਜੋ ਕੁਝ ਰੋਕਾਂ ਲਗਾਈਆਂ ਜਾ ਸਕਦੀਆਂ ਨੇ। ਇਹਨਾਂ ਅਧਿਕਾਰਾਂ 'ਤੇ ਇੰਨੀਆਂ ਜ਼ਿਆਦਾ ਰੋਕਾਂ ਲਗਾਈਆਂ ਜਾ ਸਕਦੀਆਂ ਨੇ ਕਿ ਭਾਰਤ ਦਾ ਸੰਵਿਧਾਨ, ਭਾਵ ਕਿ ਇਸ ਦੇ ਵਿੱਚੋਂ ਕੁਝ ਕੁ ਸ਼ਾਮਲ ਵੀ ਕਰ ਸਕਦਾ ਹੈ ਅਤੇ ਕੁਝ ਇਸ ਵਿੱਚੋਂ ਕੱਢ ਵੀ ਸਕਦਾ ਹੈ। ਅਧਿਕਾਰ ਮੌਲਿਕ ਨੇ ਕਿਉਂਕਿ ਇਹਨਾਂ ਨੂੰ ਦੇਸ਼ ਦੇ ਸਰਵ ਉੱਚ ਕਾਨੂੰਨ ਦੇ ਵਿੱਚ ਦਰਜ ਕੀਤਾ ਗਿਆ ਹੈ। ਭਾਵ ਇਹ ਅਧਿਕਾਰ ਇਸ ਲਈ ਮੌਲਿਕ ਨੇ ਕਿਉਂਕਿ ਇਹਨਾਂ ਦੇ ਵਿਰੁੱਧ ਸੰਸਦ ਅਤੇ ਰਾਜ ਵਿਧਾਨ ਮੰਡਲ ਕਿਸੇ ਵੀ ਕਾਨੂੰਨ ਦੀ ਰਚਨਾ ਨਹੀਂ ਕਰ ਸਕਦੀ। ਜੋ ਇਹ ਅਧਿਕਾਰ ਹੁੰਦੇ ਨੇ ਇਹ ਨਿਆਂਯੋਗ ਹੁੰਦੇ ਨੇ। ਇਹਨਾਂ ਅਧਿਕਾਰਾਂ ਨੂੰ ਇਸ ਕਰਕੇ ਵੀ ਮੌਲਿਕ ਮੰਨਿਆ ਜਾਂਦਾ ਹੈ ਕਿਉਂਕਿ ਇਹਨਾਂ ਦੀ ਪਾਲਣਾ ਕਰਨੀ ਕੇਂਦਰ ਅਤੇ ਰਾਜ ਸਰਕਾਰ ਅਤੇ ਸਥਾਨਿਕ ਸੰਸਥਾਵਾਂ ਦਾ ਕਾਨੂੰਨੀ ਕਰਤੱਵ ਮੰਨਿਆ ਜਾਂਦਾ ਹੈ। ਨੈਕਸਟ ਹੈ, ਸੰਵਿਧਾਨ ਦੇ ਕੇਵਲ ਭਾਗ ਤੀਜੇ ਵਿੱਚ ਅੰਕਿਤ ਅਧਿਕਾਰ ਹੀ ਮੌਲਿਕ ਨੇ।
ਇਸ ਦੇ ਵਿੱਚ ਅੰਕਿਤ ਕੀਤਾ ਗਿਆ ਕਿ ਕੁਝ ਅਧਿਕਾਰ ਜੋ ਮੌਲਿਕ ਨਹੀਂ ਹਨ। ਮੌਲਿਕ ਅਧਿਕਾਰ ਦਾ ਰੁਤਬਾ ਕੇਵਲ ਉਹਨਾਂ ਦੇ ਅਧਿਕਾਰਾਂ ਨੂੰ ਹੀ ਪ੍ਰਾਪਤ ਹੈ ਜੋ ਇਸ ਦੇ ਭਾਗ ਤੀਜੇ ਵਿੱਚ ਸ਼ਾਮਲ ਕੀਤੇ ਗਏ ਨੇ, ਜਿਵੇਂ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਾ ਕੋਈ ਵੀ ਵਿਅਕਤੀ ਹੈ, ਉਸਨੂੰ ਵੋਟ ਪਾਉਣ ਦਾ ਅਧਿਕਾਰ ਹੈ ਅਤੇ ਚੋਣਾਂ ਲੜਨ ਦਾ ਅਧਿਕਾਰ ਹੈ, ਪਰ ਇਹ ਅਧਿਕਾਰ ਹੈ ਜੋ ਮੌਲਿਕ ਨਹੀਂ ਹੈ। ਇਸੇ ਤਰ੍ਹਾਂ ਮੌਲਿਕ ਅਧਿਕਾਰਾਂ ਨੂੰ ਅਨੁਛੇਦ 32 ਦੇ ਵਿੱਚ ਸਰਵਉੱਚ ਅਦਾਲਤ ਦੁਆਰਾ ਅਤੇ ਅਨੁਛੇਦ 226 ਦੇ ਅਧੀਨ ਉੱਚ ਅਦਾਲਤਾਂ ਦੁਆਰਾ ਲਾਗੂ ਕਰਵਾਇਆ ਜਾ ਸਕਦਾ ਹੈ। ਜਿੱਥੋਂ ਤੱਕ ਮੌਲਿਕ ਅਧਿਕਾਰਾਂ ਅਤੇ ਸੰਵਿਧਾਨ ਦੇ ਵਿੱਚ ਅੰਕਿਤ ਦੂਜੇ ਅਧਿਕਾਰਾਂ ਦੇ ਵਿੱਚ ਪਰਿਵਰਤਨ ਕਰਨ ਦਾ ਸੰਬੰਧ ਹੈ, ਉਹ ਪਰਿਵਰਤਨ ਸਿਰਫ ਸੰਵਿਧਾਨਕ ਸੋਧਾਂ ਦੇ ਦੁਆਰਾ ਹੀ ਕੀਤਾ ਜਾ ਸਕਦਾ ਹੈ। ਅਧਿਕਾਰ ਨਿਆਯੋਗ ਕਿਵੇਂ ਨੇ? ਭਾਵ ਜੇਕਰ ਕਿਸੇ ਵਿਅਕਤੀ ਦੇ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੋਵੇ ਤਾਂ ਉਹ ਵਿਅਕਤੀ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਜਾ ਸਕਦਾ ਹੈ। ਇਹਨਾਂ ਦੇ ਸੰਬੰਧੀ ਉਹ ਕਾਰਵਾਈ ਹੈ ਜੋ ਕਰ ਸਕਦਾ ਹੈ। ਨੈਕਸਟ ਹੈ ਅਧਿਕਾਰ ਮੁਅੱਤਲ ਕੀਤੇ ਜਾ ਸਕਦੇ ਨੇ। ਭਾਵ ਕੀ ਹੈ? 352 ਦੇ ਦੁਆਰਾ ਰਾਸ਼ਟਰਪਤੀ ਨੂੰ ਐਮਰਜੈਂਸੀ ਲਾਗੂ ਕਰਨ ਦਾ ਅਧਿਕਾਰ ਹੈ, ਜਿਸ ਦੇ ਵਿੱਚ ਕੁਝ ਅਧਿਕਾਰ ਨੇ ਜੋ ਖਾਰਜ ਕੀਤੇ ਜਾ ਸਕਦੇ ਨੇ, ਕੁਛ ਟਾਈਮ ਦੇ ਲਈ ਭੰਗ ਕੀਤੇ ਜਾ ਸਕਦੇ ਨੇ, ਜਿਵੇਂ ਕਿ ਅਨੁਛੇਦ 20 ਅਤੇ 21 ਦੇ ਅਧੀਨ ਦਿੱਤੇ ਗਏ ਜੀਵਨ ਅਤੇ ਨਿੱਜੀ ਸੁਤੰਤਰ ਦੇ ਅਧਿਕਾਰ ਨੂੰ ਐਮਰਜੈਂਸੀ ਲਾਗੂ ਹੋਣ 'ਤੇ ਇਹਨਾਂ ਨੂੰ ਭੰਗ ਕੀਤਾ ਜਾ ਸਕਦਾ ਹੈ। ਸੰਸਦ ਮੌਲਿਕ ਅਧਿਕਾਰਾਂ ਨੂੰ ਘਟਾ ਸਕਦੀ ਹੈ। ਅਧਿਕਾਰਾਂ ਵਾਲੇ ਦੇ ਅਧਿਆਇ ਵਿੱਚ ਸ਼ਾਮਲ ਕੀਤਾ ਗਿਆ ਕਿ ਸੰਵਿਧਾਨ ਦੇ ਵਿੱਚ ਕੁਝ ਸੋਧ ਹੁੰਦੀ ਹੈ ਜਿਨ੍ਹਾਂ ਦੇ ਰਾਹੀਂ ਮੌਲਿਕ ਅਧਿਕਾਰਾਂ ਦੇ ਵਿੱਚ ਕੁਝ ਪਰਿਵਰਤਨ ਕੀਤੇ ਜਾ ਸਕਦੇ ਨੇ। ਜੇਕਰ ਸੰਸਦ ਅਜਿਹਾ ਕੋਈ ਕਾਨੂੰਨ ਬਣਾਉਂਦੀ ਹੈ ਤਾਂ ਉਹ ਕਾਨੂੰਨ ਹੈ ਜੋ ਸਰਵਉੱਚ ਅਦਾਲਤ ਦੁਆਰਾ ਰੱਦ ਕਰ ਦਿੱਤਾ ਜਾਵੇਗਾ। ਜੇਕਰ ਸੰਵਿਧਾਨਕ ਸੋਧ ਦੇ ਦੁਆਰਾ ਸੰਸਦ ਇਹਨਾਂ ਮੌਲਿਕ ਅਧਿਕਾਰਾਂ ਦੇ ਵਿੱਚ ਕੋਈ ਤਬਦੀਲੀ ਕਰ ਸਕਦੀ ਹੈ। ਰਾਜ ਵਿਧਾਨ ਮੰਡਲ ਵਿੱਚ ਇਹਨਾਂ ਅਧਿਕਾਰਾਂ ਦੇ ਵਿੱਚ ਬਿਲਕੁਲ ਵੀ ਤਬਦੀਲੀ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੂੰ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਸ਼ਕਤੀ ਹੈ ਜੋ ਦਿੱਤੀ ਨਹੀਂ ਗਈ। ਨੈਕਸਟ ਹੈ ਮੌਲਿਕ ਅਧਿਕਾਰ ਨੇ ਜੋ ਸਾਰੇ ਨਾਗਰਿਕਾਂ ਦੇ ਲਈ ਕਿਵੇਂ ਬਰਾਬਰ ਨੇ। ਭਾਰਤੀ ਮੌਲਿਕ ਅਧਿਕਾਰਾਂ ਦੀ ਵਿਸ਼ੇਸ਼ਤਾ ਹੈ ਕਿ ਇਸ ਦੇ ਵਿੱਚ ਕਿਸੇ ਖਾਸ ਵਿਅਕਤੀ, ਧਰਮ ਜਾਂ ਵਰਗ ਦੇ ਲੋਕਾਂ ਨੂੰ ਨਹੀਂ ਦਿੱਤੇ ਜਾਂਦੇ, ਸਗੋਂ ਭਾਰਤ ਦੇ ਹਰ ਇੱਕ ਨਾਗਰਿਕ ਨੂੰ ਮੌਲਿਕ ਅਧਿਕਾਰ ਦਿੱਤੇ ਜਾਂਦੇ ਨੇ। ਉਹਨਾਂ ਦੇ ਨਾਲ ਜਾਤੀ, ਧਰਮ, ਨਸਲ, ਰੰਗ ਦੇ ਆਧਾਰ 'ਤੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਸਾਰੇ ਨਾਗਰਿਕ ਦੇਸ਼ ਦੇ ਜੋ ਇੱਕ ਸਮਾਨ ਨੇ, ਉਹਨਾਂ ਨੂੰ ਮੌਲਿਕ ਅਧਿਕਾਰ ਦਿੱਤੇ ਜਾਂਦੇ ਨੇ। ਹਥਿਆਰਬੰਦ ਸੈਨਾਵਾਂ ਦੇ ਅਧਿਕਾਰ ਸੀਮਿਤ ਕੀਤੇ ਜਾ ਸਕਦੇ ਨੇ।